ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੋਨੀ ਸੈਭੰ ਗੁਰ ਪ੍ਰਸਾਦ ਡੰਡੌਤ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਨਮਾਨਯੋਗ ਸਾਧ ਸੰਗਤ ਜੀਓ, ਗੁਰਮਤਿ ਗੁਰਬਾਣੀ ਇਤਿਹਾਸਕ ਵਿਚਾਰਾਂ ਆਰੰਭ ਕਰਾ। ਪੇਸ਼ਦਰ ਗੁਰਦੇਵ ਦੀ ਬਖਸ਼ੀ ਨਿਮਰ ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਪੇਸ਼ਤਰ ਬਣੀ ਹੋਈ ਮਰਿਆਦਾ ਮੁਤਾਬਕ ਇਸ ਗੁਰੂ ਘਰ ਦੇ ਮੁੱਖ ਗ੍ਰੰਥੀ ਮਾਣਯੋਗ ਆਦਰਨੀਏ ਭਾਈ ਅਮਰਜੀਤ ਸਿੰਘ ਜੀ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਉਪਰੰਤ ਗੁਰਮਤਿ ਵਿਚਾਰਾਂ ਸਰਵਣ ਕਰਾ ਰਹੇ ਸਨ। ਜਿਵੇਂ ਉਹਨਾਂ ਨੇ ਦਰਸਾਇਆ, ਈਸਵੀ ਸਨ ਲਾਰਡ ਜੀਸਸ ਤੋਂ ਆਰੰਭ ਹੋਇਆ ਔਰ ਮੈਂ ਕਈ ਦਫਾ ਗੁਜ਼ਾਰਿਸ਼ ਕੀਤੀ ਹੈ, ਮਹੀਨੇ ਚਾਹੇ ਦੇਸੀ ਹੈ ਚਾਹੇ ਅੰਗਰੇਜ਼ੀ ਹੈ, 12 ਹੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਇੱਕ ਬਾਣੀ ਹੈ, ਉਸ ਬਾਣੀ ਦਾ ਮੌਜੂ ਹੈ, ਟਾਈਟਲ ਹੈ, ਸਬਜੈਕਟ ਹੈ। ਤੇ ਕਮਾਲ ਦੀ ਗੱਲ, ਉਹ ਬਾਣੀ 2 ਦਫਾ ਰਿਪੀਟ ਹੋਈ ਹੈ, 2 ਦਫਾ ਆਈ ਹੈ। ਜਿਵੇਂ ਕੁਝ ਸ਼ਬਦ ਐਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 2-2 ਦਫਾ ਆਏ ਹੈ, ਸ਼ਲੋਕ 2-2 ਦਫਾ ਆਏ ਹੈ। ਇੱਕ ਸ਼ਲੋਕ ਹੈ ਧੰਨ ਗੁਰੂ ਨਾਨਕ ਦੇਵ ਜੀ ਦਾ, ਅਸੀਂ ਜਪ ਬਾਣੀ 'ਚ ਪੜ੍ਹਦੇ ਹਾਂ, ਪਰ ਉਹੀ ਸ਼ਲੋਕ ਲਗਾ ਮਾਤਰਾ ਦੇ ਅੰਤਰੇ ਨਾਲ ਸੁਖਮਨੀ ਸਾਹਿਬ ਵਿੱਚ ਵੀ ਹੈ, 2 ਦਫਾ ਹੈ। ਕੁਝ ਸ਼ਬਦ ਹਨ ਜੋ 2 ਦਫਾ ਰਿਪੀਟ ਹੋਏ ਹੈ, ਜੈਸੇ ਸੋਦਰ ਦਾ ਸ਼ਬਦ ਜਪ ਬਾਣੀ 'ਚ ਵੀ ਹੈ ਤੇ ਸੋਦਰ ਦਾ ਸ਼ਬਦ ਰਹਿਰਾਸ ਸਾਹਿਬ ਦੇ ਵਿੱਚ ਵੀ ਹੈ, ਬਲਕਿ ਰਹਿਰਾਸ ਦਾ ਜਿਹੜਾ ਮੌਜੂ ਹੈ ਉਹ ਤੇ ਸੋਦਾਰੀ ਹੈ। ਤੋ ਜਿੱਥੇ ਸ਼ਬਦ 2 ਦਫਾ ਆਏ, ਸ਼ਲੋਕ ਆਏ, ਉੱਥੇ ਇੱਕ ਬਾਣੀ ਹੈ, ਉਹ 2 ਦਫਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਔਰ ਉਹਦੇ ਉੱਤੇ ਜਿਹੜਾ ਮੌਜੂ ਹੈ, ਜੋ ਸਬਜੈਕਟ ਹੈ, ਜੋ ਟਾਈਟਲ ਹੈ, ਉਹ ਹੈ 12 ਮਾਹ। ਉਹਦਾ ਨਾਂ ਹੀ 12 ਮਾਹ ਹੈ। ਹੁਣ ਮੈਂ ਗੱਲ ਕਰਾਂ 12 ਦਾ ਮਤਲਬ ਤੇ 12 ਹੀ ਹੈ, 12, ਤੇ ਮਾਹ ਦਾ ਮਤਲਬ ਮਹੀਨਾ। ਉਹ ਮਹੀਨੇ ਚਾਹੇ ਅੰਗਰੇਜ਼ੀ ਦੇ ਹੈ ਚਾਹੇ ਦੇਸੀ ਮਹੀਨੇ ਹੈ, ਉਹ 12 ਹੀ ਹੈ। ਕਿਉਂਕਿ ਜਿਸ ਧਰਤੀ ਤੇ ਅਸੀਂ ਜੀਵਨ ਬਸਰ ਕਰ ਰਹੇ ਹਾਂ, ਜ਼ਿੰਦਗੀ ਜੀ ਰਹੇ ਹਾਂ, ਇਹ ਧਰਤੀ ਦਾ ਕੁਛ ਨਕਸ਼ਾ, ਕੁਛ ਚਿੱਤਰ
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਦ ਬਾਣੀ ਜਪ ਦੇ ਵਿੱਚ ਬੜਾ ਬਾਕਮਾਲ ਵਰਣਨ ਕੀਤਾ ਹੈ, ਬਿਆਨ ਕੀਤਾ ਹੈ। ਜਿਸ ਧਰਤੀ ਤੇ ਅਸੀਂ ਜੀ ਰਹੇ ਹਾਂ, ਪਤਾ ਕਿਉਂ ਜੀ ਰਹੇ ਹਾਂ? ਰਾਤਾਂ ਕਰਕੇ, ਰੁੱਤਾਂ ਕਰਕੇ, ਥਿੱਤਾਂ ਕਰਕੇ, ਵਾਰਾਂ ਕਰਕੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਆਪ ਜੀ ਦੇ ਸਾਹਮਣੇ ਰੱਖਦੇ ਹਨ, ਜੋ ਜਪਜੀ ਸਾਹਿਬ 'ਚ ਮਹਾਰਾਜ ਨੇ ਵਰਣਨ ਕੀਤੇ ਹੈ। ਮਹਾਰਾਜ ਕਹਿੰਦੇ ਨੇ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਗੁਰੂ ਨਾਨਕ ਸਾਹਿਬ ਦਾ ਆਦ ਬੋਲ ਜਪਜੀ ਸਾਹਿਬ। ਰਾਤੀ ਰੁੱਤੀ ਥਿੱਤੀ ਵਾਰ, ਰਾਤਾਂ ਹਨ, ਰੁੱਤਾਂ ਹਨ, ਥਿੱਤਾਂ ਹਨ, ਵਾਰ ਹਨ, ਮਹੀਨੇ ਹਨ। ਰਾਤ ਤੇ ਦਿਨ ਗਰਦਿਸ਼ ਕਰ ਰਹੇ ਹੈ, ਚੱਲ ਰਹੇ ਹੈ। ਤੇ ਕੁਦਰਤ ਨੇ ਇਹ ਜਿਹੜਾ ਕੌਸਮਿਕ ਲਾ ਹੈ, ਜਿਹਨੂੰ ਲਾ ਆਫ ਨੇਚਰ ਕਹਿੰਦੇ ਆ, ਥਿਊਰੀ ਆਫ ਦਾ ਅਰਥ ਕਹਿੰਦੇ ਨੇ, ਜਾਂ ਥਿਊਰੀ ਆਫ ਦਾ ਕੌਸਮੈਟੋਲੋਜੀ ਕਹਿੰਦੇ ਨੇ। ਇਸ ਦੇ ਵਿੱਚ ਇੱਕ ਬੜੀ ਵਿਲੱਖਣ ਗੱਲ ਹੈ ਕਿ ਧਰਤੀ ਵੀ ਘੁੰਮ ਰਹੀ ਹੈ, ਚੰਦਰਮਾ ਵੀ ਚੱਲ ਰਿਹਾ ਹੈ, ਸੂਰੀਏ ਵੀ ਚੱਲ ਰਿਹਾ ਹੈ, ਮੰਗਲ ਵੀ ਚੱਲ ਰਿਹਾ ਹੈ, ਯੂਪੀਟਰ ਵੀ ਚੱਲ ਰਿਹਾ ਹੈ, ਸੈਟਰਨ ਵੀ ਚੱਲ ਰਿਹਾ ਹੈ। ਸਭ ਚੱਲ ਹੀ ਰਹੇ ਹੈ, ਰੁਕਿਆ ਹੋਇਆ ਕੁਛ ਵੀ ਨਹੀਂ, ਸਭ ਕੁਝ ਚੱਲ ਰਿਹਾ ਹੈ। ਤੇ ਉਹ ਚਲਾਏਮਾਨ ਗਤੀ ਦੇ ਨਾਲ ਧਰਤੀ ਦੇ ਉੱਤੇ ਰੁੱਤਾਂ ਬਦਲਦੀਆਂ, ਥਿੱਤਾਂ ਬਦਲਦੀਆਂ, ਵਾਰ ਬਦਲਦੇ ਹੈ। ਔਰ ਅੱਜ ਦੇ ਨਹੀਂ ਬਦਲਦੇ, ਜਦੋਂ ਤੋਂ ਸੰਸਾਰ ਬਣਿਆ ਉਦੋਂ ਦੇ ਬਦਲਦੇ ਹੈ। ਜਦੋਂ ਤੋਂ ਜਗਤ ਬਣੇ ਉਦੋਂ ਤੋਂ ਇਹ ਪਸਾਰਾ ਇਸ ਤਰ੍ਹਾਂ ਹੀ ਚੱਲ ਰਿਹਾ ਹੈ। ਤੋ ਇੱਥੇ ਸਭ ਕੁਝ ਚੱਲ ਰਿਹਾ ਹੈ, ਗਤੀਮਾਨ ਹੈ, ਵਿਦਮਾਨ ਹੈ, ਰੋਟੇਸ਼ਨ 'ਚ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਦਾ ਗੀਤਾ ਦੇ ਵਿੱਚ ਇੱਕ ਬੜਾ ਸੁੰਦਰ ਉਪਦੇਸ਼ ਹੈ। ਗੀਤਾ ਦਾ 13ਵਾਂ ਅਧਿਆਏ ਤੇ ਉਸ ਦੇ ਵਿੱਚ ਕੁੰਤੀ ਪੁੱਤਰ ਅਰਜੁਨ ਕਹਿੰਦੇ ਨੇ, ਹੇ ਭਗਵਾਨ, ਸੰਸਾਰ ਕੈਸਾ ਹੈ, ਜਗਤ ਕੈਸਾ ਹੈ। ਤੋ ਦੁਨੀਆ ਦਾ ਸਭ ਤੋਂ ਜ਼ਿਆਦਾ ਪੜ੍ਹਿਆ ਜਾਣ ਵਾਲਾ ਗ੍ਰੰਥ, ਆਪ ਸੁਣ ਕੇ ਹੈਰਾਨ ਹੋਵੋਗੇ, ਜਿਹਦਾ ਘੱਟ ਤੋਂ ਘੱਟ 60-70 ਲੈਂਗੁਏਜ, ਜੋ ਬੋਲੀਆਂ ਤੇ ਉਪ ਬੋਲੀਆਂ ਦੇ ਵਿੱਚ ਅਨੁਵਾਦ ਹੋਇਆ, ਸ਼੍ਰੀਮਦ ਭਗਵਤ ਗੀਤਾ। ਉਸ ਦੇ ਵਿੱਚ ਸ਼੍ਰੀ ਕ੍ਰਿਸ਼ਨ ਅਰਜਨ ਨੂੰ ਇੱਕ ਉਪਦੇਸ਼ ਬੜਾ ਬਾਕਮਾਲ ਦਿੰਦੇ ਹੈ। ਪਤਾ ਸ਼੍ਰੀ ਕ੍ਰਿਸ਼ਨ ਕੀ ਕਹਿੰਦੇ ਨੇ? ਹੇ ਅਰਜਨ, ਸੰਸਾਰ ਪਰਿਵਰਤਨਸ਼ੀਲ ਹੈ। ਇਹ ਗੀਤਾ ਦਾ ਮੂਲ ਉਪਦੇਸ਼। ਡੈਟ ਵਾਜ਼ ਏ ਬੇਸਿਕ ਗੋਸਪਲ ਆਫ ਦਾ ਲਾਰਡ ਕ੍ਰਿਸ਼ਨਾ। ਪਰਿਵਰਤਨ ਸੰਸਾਰ ਦਾ ਅਟਲ ਨਿਯਮ ਹੈ। ਇੱਥੇ ਸਭ ਕੁਝ ਬਦਲਦਾ ਹੈ, ਇੱਥੇ ਸਭ ਕੁਝ ਚੇਂਜ ਹੁੰਦਾ ਹੈ, ਕੁਛ ਵੀ ਸਥਿਰ ਨਹੀਂ ਹੈ, ਸਭ ਕੁਝ ਅਸਥਿਰ ਹੈ। ਇੱਥੇ ਬਚਪਨਾ ਜਵਾਨੀ 'ਚ ਬਦਲਦਾ ਹੈ, ਜਵਾਨੀ ਬੁਢਾਪੇ 'ਚ ਬਦਲਦੀ ਹੈ। ਕੋਈ ਦਾਅਵੇ ਨਾਲ ਇਹ ਨਹੀਂ ਕਹਿ ਸਕਦਾ ਮੈਂ ਬੱਚਾ ਹੀ ਰਵਾਂ,
कोई दावे नाल ये नहीं कह सकता मैं जुआ ही रवां, कोई दावे नाल ये नहीं कह सकता मैं बुढ़ा ही रवां। इत्थे सब कुछ बदलदा है, इत्थे दिन रात च बदलदे है, रात दिन च बदलदी है। इत्थे मित्रता दुश्मनी च बदलदी है, दुश्मनी मित्रता च बदलदी है। मैं ऐसे ऐसे लोग देखे, उन्होंने पुछया फलाने बंदे का नाम, तेरा भरा सी, दोस्त सी, मित्र सी, ते अगों पता की कहंदा, ज्ञानी जी ना ही ना लो दा, मेरे सामने ओदा नाम का जिक्र ही ना करो। कमाल दी गल। इत्थे मित्रता दुश्मनी च बदलदी, दुश्मनी मित्रता च बदलदी है। इत्थे प्रेम गिरना च बदलदा है, किधरे गिरना प्रेम च बदलदी। किसे नाल साडा बहुत ज़्यादा मोह है कि कदी कदी उहदे नाल गिरना हुंदी है, कई दफ़ा गिरना हुंदी है, कई दफ़ा मोह पैदा होंदा। मैं एक उदाहरण देवां, माँ अपनी ममता बच्चे तो निछावर कर दी है, कुर्बान कर दी, सब कुछ कुर्बान कर दी। माँ बाप अपनी जिंदगी बच्चे तो वारदे ने, कुर्बान करदे। ते मैं सुबह भी अर्ज की सी, एक मनुखी बच्चे नूं पालना जिंदगी दे विच सब तो वड्डा संघर्ष है, औखा काम है, सौखा नहीं है। एक मनुखी बच्चे नूं पालना बहुत औखा काम है। पता नहीं पिता कितना संघर्ष करता है, माँ पता नहीं कितनी औखी होंदी है, किहड़े किहड़े दुखों तो निकलती है, किहड़े किहड़े संघर्ष तो पिता निकलते हैं। पर ओही माँ कई दफ़ा ओही प्यो बच्चे नूं कह देंदा है, मोह जद नहीं है ना ही हुंदा ते चंगा सी। तो मोह गिरना च बदलिया, किधरे गिरना मोह दे विच बदलदी। इत्थे सब कुछ बदलदा है, इत्थे जवानी बदलती है, बुढ़ापा बदलता है। फिर मैं ये भी अर्ज करा, इत्थे प्रकृति दे विच दिन रात भी बदलते हैं, किधरे रात है किधरे दिन है। बल्कि महाराज ने तो एक बड़ी सुंदर उदाहरण दी है। साडे देश का एक बड़ा प्राचीन विद्वान होया, उन्होंने भृगु कहते हैं, भृगु। ਉਹਦਾ एक ग्रंथ भी है, उन्होंने भृगु सहंता कहते हैं। भृगु सहंता बड़ा कीमती ग्रंथ है। वो भृगु जड़ा ऋषि सी, उन्होंने जयपुर दे राजा जय सिंह बड़ा मनदा सी। वो आमेर का राजा, जयपुर का राजा, उन्होंने सवाई जय सिंह भी कहते हैं, बहुत मनदा सी। ते जिन्हों ने राजस्थान देखा होगा, क्योंकि मेरा बहुत सारा समा उत्थे भरमण च निकलिया, जयपुर, उदयपुर, कोटा, बूंदी, मारवाड़, मेवाड़, मैं काफ़ी उत्थे भरमण भी किया। जयपुर का जड़ा पहला जंतर मंतर उन्हें ही बनाया सी, दिल्ली का बाद चों बनया, भावें बनाया उन्हें ही है। वो ऋषि भृगु कहता है, दिन रात के बदलन दे नाल ग्रह चाल बदलती है, तो ग्रह चाल का प्रभाव बंदे की जिंदगी ते बदलता है, तो जिंदगी च दुख सुख बदलते हैं। ओदा एक कॉन्सैप्ट, ओदा एक विचार बहुत वड्डा जड़ा ज्योतिष आचार्य वो भृगु वो इंज कहता है। वो कहता दिन रात बदलन दे नाल, सूरज चंद्रमा की दशा बदलन दे नाल, ओदा जड़ा प्रभाव है वो शुभ ते अशुभ बंदे की जिंदगी ते पैंदा है।
पर धन गुरु अर्जन देव जी महाराज कुछ होर कह रहे। महाराज पता की कह रहे ने? सह कहते ने ध्यान नाल सरवण करना। गुरु अर्जन देव जी के बोल आपां रोज़ पढ़ते हैं। महाराज कहते ने औद घटे दिनस रेण आ रहे। बंदे वो ग्रह चाल ते जड़े बदलते ही है। वो दिन ते रात की गर्दिश नाल, रात ते दिन की सर्कल दे नाल महाराज कहते ने तेरी उम्र ही घटी जा रही है। औद घटे बड़ी कीमती मंगती है। दिनस रेण आ रहे, दिन ते रात दे नाल तेरी आयु घटी जा रही है। मैं अर्ज कर रहा सी, ये संसार दे विच परिवर्तन है। इत्थे सब कुछ अस्थिर है, स्थिर कुछ नहीं, बदलता है। रातां बदलदियां, रुतां बदलदियां, दोस्त बदलते हैं, मित्र बदलते हैं। इत्थे दोस्त दोस्त नहीं रहिंदा, इत्थे मित्र मित्र नहीं रहिंदे, इत्थे रिश्तेदार रिश्तेदार नहीं रहिंदे, इत्थे अपने अपने नहीं रहिंदे, बेगाने बेगाने नहीं रहिंदे। इत्थे सब कुछ बदलता है। समा सब कुछ बदल के रख देता है। वक्त सब कुछ चेंज करता है। मैं अर्ज करा, वक्त समा बंदे दे तन नूं चेंज करता है। समा बंदे दे मन नूं चेंज करता है। मन उत्ते भी उहदा बड़ा गहरा प्रभाव पैंदा है। मन उत्ते भी उहदा बड़ा गहरा असर पैंदा है वक्त का। जिहड़ी सोच साडी कल सी, वो सोच साडी अज नहीं है। जिहड़ी सोच साडी अज है, वो कल नहीं होवेगी। वो समय दे नाल बदलती है, वक्त नाल बदलती है। जद कदी ऐसी कथा चले ते मैनू पंथ रतन गुरमत विद्या मारटंड गुरमत दे महान व्याख्याकार माणयोग ज्ञानी संत सिंह मस्कीन साहब जी का एक बचन नहीं भुलदा। उन्होंने सब तो लंबा समा दिल्ली सीसगंज साहब, बंगला साहब, बॉम्बे सारे स्थानों ते कथा की, इत्थे भी की। ते वो कहते एक सज्जन मेरे कोल आया, बड़ा औखा, कहने लगा मैं तुहानू 20 साल तो सुन रहा है, तुसी 20-25 साल पहले सीसगंज साहब जपजी साहब दे अर्थ कीते ते अज मैं 20-25 साल बाद फिर तुहानू सीसगंज साहब ही सुन रहा, तुसी यह अर्थ करते, तुसी ये व्याख्या करते। ते उत्थे मस्कीन साहब जी ने बड़ा बाकमाल उन्होंने उत्तर दिता। कहन लगे गल इस तरह पुरखा, हुण समुंदर की गहराई है, कोई बंदा 5 फुट थले जाए तो उन्होंने 5 फुट जड़ा थले जाएगा, जो कुछ उन्होंने उत्थे मिलेगा वही बयान करेगा ना। कोई 50 फीट नीचे जाता है तो उन्होंने जो जिन्ना गहरा जाएगा उन्होंने वही मिलेगा। कोई 100 फुट थले चला जाता है उन्होंने वही मिलेगा। दुनिया का सब तो वड्डा समुंदर जिन्हों पैसीफिक ओशन कहते हैं, अंध महासागर भी कहते हैं, अंध सागर भी उन्होंने कहते हैं। मैं वो अपनी अखां नाल कैलीफोर्निया तो देखिया, बड़ा गहरा समुंदर। तुसी गोल्डन गेट जिन्हों ने कैलीफोर्निया देखा होगा, वो मैनू एक सज्जन कहन लगा, भाई साहब इन्ना वड्डा समुंदर है जिन्हों अंध सागर कहते हैं, पैसीफिक ओशन कहते हैं, अंध गहरा समुंदर कहते हैं। दूसरा पासा इत्थों टोकियो ही नज़र आता है। इन्ना वड्डा समुंदर नॉर्थ अमेरिका तो शुरू हो के दूसरा पासा जिहड़ा है वो एशिया का, साउथ एशिया, टोकियो या कोमा ही नज़र आता है। इन्ना वड्डा सागर
ਤੇ ਆਪ ਸੁਣ ਕੇ ਹੈਰਾਨ ਹੋਵੋਗੇ, ਉਹਨੂੰ ਬੜਾ ਗਹਿਰਾ ਸਮੁੰਦਰ ਕਹਿੰਦੇ ਨੇ, ਬੜਾ ਗਹਿਰਾ, ਅੰਧ ਸਾਗਰ ਵੀ ਕਹਿੰਦੇ ਨੇ, ਬੜਾ ਡੂੰਘਾ ਸਮੁੰਦਰ। ਮੈਂ ਅਰਜ਼ ਕਰ ਰਿਹਾ ਸੀ, ਉੱਥੇ ਮਸਕੀਨ ਸਾਹਿਬ ਕਹਿੰਦੇ ਜਿਹੜਾ ਹੁਣ 100 ਫੁੱਟ 200 ਫੁੱਟ ਗਹਿਰਾ ਗਿਆ ਹੈ, ਉਹ ਉਹੀ ਬਿਆਨ ਕਰੇਗਾ, ਗੁਰੂ ਵੀ ਇੱਕ ਸਾਗਰ ਹੈ, ਸਮੁੰਦਰ ਹੈ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੇ ਨੇ ਦੂਰੇ। ਜਿੰਨਾ ਕੋਈ ਗਹਿਰਾ ਜਾਏਗਾ ਓਨਾ ਹੀ ਪ੍ਰਾਪਤ ਹੋਏਗਾ। ਉਹ ਕਹਿਣ ਲੱਗੇ ਉਦੋਂ ਜਿਹੜਾ ਹੈ, ਹੋ ਸਕਦਾ ਮੈਂ ਗਿਆ ਹੀ 20-25 ਫੁੱਟ ਹੋਵਾਂ, ਉਦੋਂ ਮੇਰੀ ਅਪਰੋਚ ਇੰਨੀ ਹੀ, ਪਰ ਸਾਗਰ ਦਾ ਅੰਤ ਕੋਈ ਨਹੀਂ ਹੈ। ਮੈਂ ਅਰਜ਼ ਕਰ ਰਿਹਾ ਸੀ, ਇੱਥੇ ਸਭ ਕੁਝ ਬਦਲਦਾ ਹੈ, ਬੰਦੇ ਦਾ ਸਮੇਂ ਦੇ ਨਾਲ ਤਨ ਬਦਲਦਾ ਹੈ, ਵਿਚਾਰ ਬਦਲਦੇ ਨੇ, ਸੁਭਾਅ ਬਦਲਦਾ ਹੈ, ਸੰਸਕਾਰ ਬਦਲਦੇ ਨੇ, ਪਰਉਪਕਾਰ ਬਦਲਦੇ ਨੇ, ਇੱਥੇ ਦੋਸਤ ਬਦਲਦੇ ਨੇ, ਮਿੱਤਰ ਬਦਲਦੇ ਨੇ, ਸੱਜਣ ਬਦਲਦੇ ਨੇ, ਇੱਥੇ ਰਾਤਾਂ ਬਦਲਦੀਆਂ, ਰੁੱਤਾਂ ਬਦਲਦੀਆਂ। ਧੰਨ ਗੁਰੂ ਨਾਨਕ ਸਾਹਿਬ ਦਾ ਬੋਲ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਮਹਾਰਾਜ ਕਹਿੰਦੇ ਨੇ, ਇਸ 'ਤੇ ਸਭ ਕੁਝ ਬਦਲਦਾ ਹੈ। ਮੈਂ ਅਰਜ਼ ਕਰਾਂ, ਅੱਜ ਉਹ ਸਮੇਂ ਦਾ ਗਰਦਿਸ਼, ਸਮੇਂ ਦਾ ਚੱਕਰ ਬਦਲ ਰਿਹਾ ਹੈ, ਔਰ ਉਹ ਨਵੇਂ ਸਾਲ ਦੇ ਵਿੱਚ ਪ੍ਰਵੇਸ਼ ਕਰ ਰਿਹਾ 2024 2023 ਜਿੱਦਾਂ ਦਾ ਵੀ ਬੀਤਿਆ, ਕਿਉਂਕਿ ਬੀਤਿਆ ਹੋਇਆ ਸਮਾਂ ਸਾਡੇ ਹੱਥ 'ਚ ਨਹੀਂ ਹੈ, ਤੇ ਆਉਣ ਵਾਲਾ ਸਮਾਂ ਵੀ ਸਾਡੇ ਹੱਥ 'ਚ ਨਹੀਂ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਬੜਾ ਸੁੰਦਰ ਬੋਲ ਹੈ, ਉਹਨਾਂ ਨੇ ਸਮੇਂ ਦੇ ਉੱਤੇ ਹੀ ਬੜੀ ਸੁੰਦਰ ਰੂਬਾਈ ਲਿਖੀ। ਵੈਸੇ ਤਾਂ ਉਹਨਾਂ ਦੀਆਂ ਪੁਸਤਕਾਂ ਬਾਹਰ ਵੀ ਪਈਆਂ, ਔਰ ਉਹਦੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਨੇ ਕਿ ਸਮਾਂ ਜਿਹੜਾ ਹੈ ਉਹ ਚੱਲਦਾ ਹੀ ਰਹਿੰਦਾ ਹੈ। ਰਾਹੀ ਵਾਸਤੇ ਗੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਦਰੀਕ ਸਮੇਂ ਖਸਕਾਈ ਕੰਨੀ। ਸਮਾਂ ਤੇ ਉਹ ਸਰਤਾ ਦੀ ਤਰ੍ਹਾਂ ਹੈ, ਉਹ ਦਰਿਆ ਦੀ ਤਰ੍ਹਾਂ ਹੈ, ਜਿਵੇਂ ਗੰਗਾ ਦਿਨੇ ਵੀ ਚੱਲ ਰਹੀ ਹੈ, ਦੁਪਹਿਰੇ ਵੀ ਚੱਲ ਰਹੀ ਹੈ, ਸ਼ਾਮ ਨੂੰ ਵੀ ਚੱਲ ਰਹੀ ਹੈ, ਗੋਦਾਵਰੀ ਦਿਨੇ ਵੀ ਚੱਲ ਰਹੀ ਹੈ, ਸ਼ਾਮ ਨੂੰ ਵੀ ਚੱਲ ਰਹੀ ਹੈ, ਰਾਤ ਨੂੰ ਵੀ ਚੱਲ ਰਹੀ ਹੈ, ਉਹ ਚੱਲ ਹੀ ਰਹੀ ਹੈ। ਸਮਾਂ ਚੱਲਦਾ ਹੀ ਰਹਿੰਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ, ਜੋ ਸਮਾਂ ਬੀਤ ਗਿਆ ਹੈ ਉਹ ਸਾਡੇ ਹੱਥ 'ਚ ਨਹੀਂ ਹੈ, ਜੋ ਆਉਣ ਵਾਲਾ ਹੈ ਉਹ ਵੀ ਸਾਡੇ ਹੱਥ ਵਿੱਚ ਨਹੀਂ ਹੈ। ਸਾਡੇ ਹੱਥ 'ਚ ਤਾਂ ਕੇਵਲ ਇਹ ਹੀ ਹੈ ਜੋ ਹੈ, ਜੋ ਚੱਲ ਰਿਹਾ ਹੈ, ਪ੍ਰੈਜ਼ੈਂਟ, ਜਿਹਨੂੰ ਹਾਲ ਕਹਿੰਦੇ ਨੇ। ਇਹ ਹੀ ਸਮਾਂ ਸਾਡੇ ਹੱਥ 'ਚ ਹੈ, ਪਰ ਅਸੀਂ ਯਤਨ ਇਹ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੀ ਕਾਮਨਾ ਕਰ ਸਕਦੇ ਹਾਂ, ਪ੍ਰਾਰਥਨਾ ਕਰ ਸਕਦੇ ਹਾਂ, ਅਰਦਾਸ ਕਰ ਸਕਦੇ ਹਾਂ। ਮੈਂ ਬੇਨਤੀ ਕਰਾਂ, ਨਵਾਂ ਸਾਲ ਮਨਾਉਣ ਦੇ ਆਪੋ ਆਪਣੇ ਤਰੀਕੇ ਨੇ, ਤੌਰ ਤਰੀਕੇ ਨੇ। ਸਾਰੀ ਦੁਨੀਆ 'ਚ ਜਸ਼ਨ ਹੁੰਦੇ ਨੇ, ਸੈਲੀਬ੍ਰੇਟ ਲੋਕ ਕਰਦੇ ਨੇ, ਸੈਲੀਬ੍ਰੇਸ਼ਨ ਚੱਲਦੇ ਨੇ। ਮੈਂ ਜਦ ਬੰਬੇ ਦੇ ਵਿੱਚ ਸੀ ਤੇ ਰਾਤ ਦੇ 2-2 ਵਜੇ ਤੀਕਰ ਮੈਂ ਖੁਦ ਦੇਖਿਆ ਨੈਰੀਮਨ ਪੁਆਇੰਟ, ਕੋਲਾਬਾ, ਗੇਟਵੇ ਆਫ ਇੰਡੀਆ, ਵਰਲੀ, ਬੜਾ ਭਾਰੀ ਇਕੱਠ। ਔਰ ਨਿਊਯਾਰਕ ਦਾ ਨਿਊ ਈਅਰ ਤੇ ਸਾਰੀ ਦੁਨੀਆ 'ਚ ਟਾਈਮ ਸਕੁਏਅਰ ਦਾ ਮੰਨਿਆ ਹੋਇਆ ਹੈ, ਲੰਡਨ ਦਾ ਮੰਨਿਆ ਹੋਇਆ ਹੈ। ਪਰ ਇੱਕ ਉਹ ਹੈ ਜੋ ਸਮੇਂ ਨੂੰ ਸਫਲ ਕਰਦੇ ਨੇ ਤੇ ਅਰਦਾਸ ਕਰਦੇ ਨੇ, ਹੇ ਪ੍ਰਭੂ, ਹੇ ਭਗਵੰਤ, ਹੇ ਬੀਠਲ, ਹੇ ਗੋਬਿੰਦ, ਹੇ ਦਿਆਲ, ਹੇ ਮਧੂਸੂਦਨ। ਮੇਰੀ ਇੱਕ ਅਰਦਾਸਨਾ ਹੈ ਕਿ ਆਗੇ ਸੁਖ ਮੇਰੇ ਬੀਤਾ, ਪਾਛੇ ਆਨੰਦ ਪ੍ਰਭ ਕੀਤਾ। ਜੋ ਆਉਣ ਵਾਲਾ ਸਮਾਂ ਹੈ ਉਹ ਕੁਸ਼ਲ ਮੰਗਲ ਪੂਰਵਕ ਬਤੀਤ ਹੋਵੇ। ਤੇਰੀ ਰਹਿਮਤ ਹੋਵੇ, ਤੇਰੀ ਬਖਸ਼ਿਸ਼, ਤੇਰੀ ਰਹਿਮਤ ਦਾ ਹੱਥ ਸਿਰ ਤੇ ਬਣਿਆ ਰਹੇ। ਮੈਂ ਬੇਨਤੀ ਕਰਾਂ, ਥੋੜ੍ਹੇ ਹੀ ਸਮੇਂ ਬਾਅਦ 2023 ਨੇ 2024 'ਚ ਪ੍ਰਵੇਸ਼ ਕਰਨਾ। ਭਾਵੇਂ ਕਿ 2023 ਕਈਆਂ ਲਈ ਬੜਾ ਸ਼ੁਭ ਰਿਹਾ, ਕਈਆਂ ਲਈ ਅਸ਼ੁਭ ਰਿਹਾ। ਦੁਨੀਆ ਦੇ ਹਾਲਤ ਜਿਹੜੇ ਆ ਉਹ ਕਿਧਰੇ ਵਾਰ ਦੇ ਚੱਲ ਰਹੇ ਹੈ,
किधरे पीस दे चल रहे हैं, किधरे भुखमरी दे चल रहे हैं, किधरे स्टारवेशन दे बदल महका रहे हैं। पर आपां अरदास करिए तो एक गुरु घर है जो हर वक्त सिर्फ नवे साल ते नहीं है। मैं भी बेनती करा, मैं कई दफ़ा अर्ज की है, सिर्फ नवे साल ते नहीं, एक गुरु घर ये अरदास हुंदी है तो हर वक्त हुंदी है। जदों भी अरदास हुंदी है वो आपां अरदास करदे, नानक नाम चढ़दी कला, तेरे पाने सरबत दा भला, सब दा भला, सब दी कामना, की हिंदू की मुसलमान। मैं अखीर दे विच एक उदाहरण आप नूं दवां। गुरु नानक साहब अहमदाबाद की धरती ते जांदे ने, कह के समाप्ति करां, ते उत्थे एक बोल हन कि संत दा हिरदा कैसा हुंदा है, संत दा मन कैसा हुंदा है। गोस्वामी तुलसीदास जी ने रुबाई लिखी बड़ी कमाल दी। वो कहते हैं, संत हृदा नवनीत समाना, कहूँ कहाँ मत कहा न जाना। संत दा हिरदा माखण की तरह है। नवनीत कहते हैं मक्खण नूं। मैं हैरान, और तुलसी ने मक्खण नाल तशबीह क्यों दी है, माखण दे नाल कंपेयर क्यों किया है। संत हृदा नवनीत समाना, कहूँ कहाँ मत कहा न जाना। दरअसल मक्खण का एक सुभाव है कि वो माड़ी जी हीट लगती है, पिघल जाता है। थोड़ी जी हीट मिली अग दी, पिघल गया। तुलसी कहते ने संत दा हिरदा नवनीत की तरह है, मक्खण की तरह है। फर्क सिर्फ इतना है, वो सेक दूजे नूं लगता है, संत दा हिरदा पिघल जाता है। दुखी दूजा आउंदा है। दुख अहमदाबाद विच आया है, आपदा अहमदाबाद विच आई है, तो गुरु नानक अरदास करन लग पैंदे ने, तै की दर्द ना आया। हे अकाल पुरख, तेनू दर्द नहीं होया, मैनू तो होया। तो गुरु नानक उत्थे अरदास करते हैं। गुरु ग्रंथ साहब जी की बाणी अरदास करती है। आपां भी अज अरदास करिए, तुसी मेरे लिए करो, मैं तुहाडे लिए करा, संसार लिए करिए। जगत जलंदा रख लै, अपनी किरपा तार, चित्त दुआरे उभरे, तिते लियो बार। मेरे वालों आप सारिਆਂ ਨੂੰ नवे साल दीयां हार्दिक ਵਧਾਈਆਂ। नया वर्ष मंगलमई हो, कल्याणमई हो, उज्जवल हो, दीर्घकाल सतगुर चढ़दी कला दी दात तौफीक समर्था प्रदान करन। तुसी मेरे लिए अरदास करना, मैं तुहाडे लिए करा आगे सुख। मेरे मीता पाछे आनंद प्रभ कीता, परमेश्वर बनत बनाई, फिर दौलत कतों नाई। सतगुरु आप जी चढ़दी कला की दात बख्शिश करन। बिघन विनाशन सब दुख नासन, सतगुर नाम दे लड़ाया, खोए पाप पए सब पावन, जन नानक सुख कराया। इतनी सेवा प्रवान करनी। सारिਆਂ ਦਾ हार्दिक तौर पर धन्यवाद। इस गुरु घर के समूह मैनेजमेंट का, गुरु ग्रंथ साहब जी का, माणयोग ज्ञानी अमरजीत सिंह जी का, वीर जी सिक्का जी जो मैनू बहुत प्यार कहते। मैं दोपहरे भी कहा कि इन्हों दी शैफर्ड बुश लंडन भी सेवावां रहियां। तो मेरा नहीं ख्याल है गुरु घर दे विच बहुत उच्च कोटि के विद्वान कीर्तनीय सिलैक्ट कर करके वो लियाते ने, सब नूं माण देंदे ने। महाराज इन्हों भी चढ़दी कला बख्शे। इत्थों के समूह स्टाफ का अखीर दे विच बेनती है, आने वाले समय दे विच गुरु नानक दरबार दास हाज़री भर रहा है। इत्थे भी प्रोग्राम चल रहे हैं, वध चढ़ के शमूलीयत प्रदान करो। तो मेरे को विचार करदियां होयां कोई गुस्ताखी हो जाए, विचरदियां होयां कोई शब्द ऐसा होवे तो आप बख्श लेना ते अरदास करना। वैसे ये अरदास साढ़े सारियां वास्ते है। सेवक सिख पूजन सब आवे, सब गावे हर हर ऊतम बाणी, गाविया सुनिया तिनका हर थाएं पावे, जिन सतगुर की आज्ञा सत सत करमानी। प्रोग्राम की तफसील सरवण करो, भुल चुक दी खिमा। वाहिगुरू जी का खालसा, वाहिगुरू जी की फतेह।